ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪਰਮ ਪਿਤਾ, ਦੋ ਜਹਾਨ ਦੇ ਵਾਲੀ, ਹਲਤ ਪਲਤ ਦੇ ਰੱਖਿਅਕ, ਤਿੰਨਾਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੇ ਹੋ। ਉਸ ਪਿਤਾ ਦੀਆਂ ਖੁਸ਼ੀਆਂ, ਉਸ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਕਲ ਯੁੱਗ ਦੇ ਵਿੱਚ ਇਹ ਸਭ ਤੋਂ ਉੱਤਮ ਹੈ। ਆਓ, ਜਿਸ ਤਰ੍ਹਾਂ ਆਪ ਜਾਣਦੇ ਹੀ ਹੋ ਕਿ ਜਪਜੀ ਸਾਹਿਬ ਦੇ ਪਾਠ ਦੀ ਵਿਆਖਿਆ ਚੱਲ ਰਹੀ ਹੈ। 14ਵੀਂ ਪੌੜੀ ਤੇ ਅੱਜ ਵਿਆਖਿਆ ਪਹੁੰਚੀ ਹੈ। ਆਓ ਸਰਵਣ ਕਰੀਏ। ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹ ਮੰਗਤ ਜਨ ਕੋ। ਸਦਾ ਸਾਚੇ ਤੇਰੇ ਨਾਮ ਵਿਟੋ, ਕਰਨ ਕਾਰਨ ਸਭਨਾ ਕਾਇ ਕੋ। ਅਵਰ ਨ ਦੂਜਾ ਕੋਈ, ਬਹੁਤੇ ਫੇਰ ਪਾਏ ਕਿਰਪਨ ਕੋ। ਅਬ ਕਿਛ ਕਿਰਪਾ ਕੀਜੈ, ਹੋ ਦਇਆਲ ਦਰਸ਼ਨ ਦੇਹੁ ਆਪਣਾ। ਐਸੀ ਬਖਸ਼ ਕਰੀਜੈ, ਅਨੰਤ ਨਾਨਕ ਪਰਮ ਪਟ ਖੂਲੈ। ਗੁਰ ਪ੍ਰਸਾਦੀ ਜਾਣਿਆ, ਸਾਚੀ ਲਿਵ ਲਾਗੀ ਹੈ ਪੀਤਰ। ਸਤਿਗੁਰ ਸਿਓ ਮਨ ਮਾਨਿਆ। ਆਓ ਸਭ ਤੋਂ ਪਹਿਲਾਂ ਦਸਮ ਪਿਤਾ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 14ਵੀਂ ਪੌੜੀ ਦੇ ਵਿੱਚ ਕੀ ਫਰਮਾਨ ਕਰ ਰਹੇ ਹਨ, ਸਰਵਣ ਕਰੀਏ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਹਨ। ਇਸ ਤੋਂ ਪਹਿਲਾਂ 4 ਪੌੜੀਆਂ ਸੁਣਨ ਦੀਆਂ, ਫਿਰ 4 ਪੌੜੀਆਂ ਮੰਨਣ ਦੀਆਂ। ਉਸ ਪਰਮਾਤਮਾ ਨੂੰ ਮੰਨ ਲੈਣਾ। ਜਿਤਨੀ ਮਹਾਨਤਾ ਸੁਣਨ ਦੀ ਹੈ, ਉਤਨੀ ਹੀ ਮਹਾਨਤਾ ਮੰਨਣ ਦੀ ਹੈ। ਜੇ ਸੁਣਨਾ ਪਹਿਲਾ ਕਦਮ ਹੈ ਤੇ ਮੰਨਣਾ ਦੂਸਰਾ ਕਦਮ ਹੈ। ਉਸ ਪਰਿਪੂਰਨ ਪਰਮਾਤਮਾ ਨੂੰ ਮੰਨ ਲੈਣਾ, ਜੋ ਸਾਡੇ ਮਨ ਤੋਂ ਪਰੇ, ਸਾਡੀ ਬੁੱਧ ਤੋਂ ਪਰੇ, ਸਾਡੀਆਂ ਇੰਦਰੀਆਂ ਤੋਂ ਪਰੇ, ਅਗਮ ਅਗੋਚਰ ਹੈ। ਉਹ ਪਾਰ ਬ੍ਰਹਮ, ਜੋ ਪੂਰਨ ਤੌਰ ਤੇ ਕਿਸੇ ਵੀ ਤਰ੍ਹਾਂ ਸਾਡੀ ਕਲਪਨਾ ਦੇ ਵਿੱਚ ਨਹੀਂ ਆ ਸਕਦਾ। ਉਸ ਨੂੰ ਪੂਰਨ ਰੂਪ ਦੇ ਵਿੱਚ ਮੰਨ ਲੈਣਾ, ਇਹ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਜ਼ਰੂਰਤ ਦੀ ਗੱਲ ਹੈ। ਬਹੁਤ ਹੀ ਹਿੰਮਤ ਦੀ ਗੱਲ ਹੈ ਉਸ ਪਰਿਪੂਰਨ ਪਰਮਾਤਮਾ ਨੂੰ ਮੰਨ ਲੈਣਾ। ਮੰਨ ਲੈਣ ਦੀਆਂ ਅਵਸਥਾਵਾਂ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਪਿਛਲੇ ਹਫ਼ਤਿਆਂ ਦੇ ਵਿੱਚ ਵਿਆਖਿਆ ਹੋਈ ਸੀ, ਮਨ ਮੰਨਣਾ ਨਹੀਂ ਚਾਹੁੰਦਾ। ਉਸ ਪਰਮਾਤਮਾ ਦੇ ਨਾਮ ਨੂੰ ਮੰਨਣਾ ਨਹੀਂ ਚਾਹੁੰਦਾ। ਸੁਣਦੇ ਹਾਂ, ਹਰ ਇੱਕ ਚੀਜ਼ ਨੂੰ ਮੰਨਦੇ ਹਾਂ, ਪਰ ਉਸ ਪਰਮਾਤਮਾ ਦੇ ਨਾਮ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੀ ਹੈ। ਮਨ ਨਹੀਂ ਮੰਨਦਾ। ਸਭ ਤੋਂ ਪਹਿਲੀ ਅਵਸਥਾ ਹੈ ਧੱਕੇ ਦੇ ਨਾਲ ਮਨਾਉਣਾ। ਮਨ ਸਹਿਮਤ ਨਹੀਂ ਹੈ, ਸਰੀਰ ਸਹਿਮਤ ਨਹੀਂ ਹੈ, ਪਰ ਮਨ ਦੀ ਜੋ ਆਵਾਜ਼ ਆਉਂਦੀ ਹੈ ਉਸ ਨੂੰ ਰੋਕਣਾ
ਤੇ ਉਸ ਦੇ ਖਿਲਾਫ ਹੋ ਕੇ ਉਸ ਪਰਿਪੂਰਨ ਪਰਮਾਤਮਾ ਦਾ ਜਾਪ ਕਰਨਾ, ਇਹ ਪਹਿਲੀ ਅਵਸਥਾ ਹੈ ਜਿੱਥੇ ਮਨ ਨਹੀਂ ਮੰਨਦਾ ਪਰ ਅਸੀਂ ਉਸ ਦਾ ਜਾਪ ਕਰਨਾ ਹੈ। ਅਸੀਂ ਮਨ ਦੀ ਆਵਾਜ਼ ਦੇ ਖਿਲਾਫ ਜਾ ਕੇ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਲੈਣਾ ਹੈ। ਇਨਸਾਨ ਨੀਂਦ ਦੇ ਵਿੱਚ ਹੈ। 3 ਤਰ੍ਹਾਂ ਦੀ ਨੀਂਦ ਹੈ, ਤੰਦਰਾ, ਨਿੰਦਰਾ ਤੇ ਸੁਖੂਪਤ। ਤੰਦਰਾ ਉਸ ਅਵਸਥਾ ਨੂੰ ਕਹਿੰਦੇ ਹਨ ਜਿੱਥੇ ਆਦਮੀ ਨਾ ਤੇ ਸੁੱਤਾ ਹੋਇਆ ਹੈ ਤੇ ਨਾ ਜਾਗਦਾ ਹੈ। ਉਹ ਐਸੀ ਅਵਸਥਾ ਦੇ ਵਿੱਚ ਹੈ ਜਿੱਥੇ ਬੈਠਾ ਬੈਠਾ ਵਿਚਾਰਾਂ ਦੇ ਵਹਿ ਦੇ ਵਿੱਚ ਵੜ ਜਾਂਦਾ ਹੈ, ਵਿਚਾਰਾਂ ਦੇ ਵਹਿ ਦੇ ਵਿੱਚ ਹਟ ਜਾਂਦਾ ਹੈ। ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠਾ ਹੋਇਆ ਉਸ ਦੇ ਵਿਚਾਰ ਉਸ ਨੂੰ ਕਿਤੇ ਦੇ ਕਿਤੇ ਲੈ ਜਾਂਦੇ ਹਨ। ਉਸ ਨੂੰ ਕਹਿੰਦੇ ਹਨ ਤੰਦਰਾ। ਉਹ ਨਾ ਜਾਗਦਾ ਹੈ ਨਾ ਸੁੱਤਾ ਹੈ। ਦੂਸਰੀ ਅਵਸਥਾ ਹੈ ਨਿੰਦਰਾ, ਨੀਂਦ ਦੇ ਵਿੱਚ ਆ ਜਾਣਾ। ਜਿਸ ਤਰ੍ਹਾਂ ਨੀਂਦ ਦੇ ਵਿੱਚ ਬੈਠੇ ਬੈਠੇ ਜਦੋਂ ਤੱਕ ਸਾਨੂੰ ਉਸ ਪਰਮਾਤਮਾ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਲਗਾਓ ਨਹੀਂ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਰੁਚੀ ਨਹੀਂ ਹੈ, ਉਦੋਂ ਤੱਕ ਸਾਡਾ ਮਨ ਜਿਹੜਾ ਹੈ ਉਹ ਨਹੀਂ ਲੱਗ ਸਕਦਾ। ਉਦੋਂ ਤੱਕ ਅਸੀਂ ਉਸ ਪਰਮਾਤਮਾ ਦੇ ਨਾਮ ਤੋਂ ਹਮੇਸ਼ਾ ਹੀ ਦੂਰ ਭੱਜਦੇ ਹਾਂ। ਅਸੀਂ ਦੂਰ ਕਿਉਂ ਭੱਜਦੇ ਹਾਂ ਉਸ ਪਰਮਾਤਮਾ ਦੇ ਨਾਮ ਤੋਂ? ਅਸੀਂ ਉਸ ਦੀ ਸੰਗਤ ਤੋਂ ਦੂਰ ਕਿਉਂ ਭੱਜਦੇ ਹਾਂ? ਕਿਉਂਕਿ ਸਾਡਾ ਮਨ ਜੋ ਹੈ ਉਹ ਪਾਪਾਂ ਨਾਲ ਭਰਿਆ ਹੋਇਆ ਹੈ। ਹਮੇਸ਼ਾ ਹੀ ਜਿੱਥੇ ਇਨਸਾਨ ਦਾ ਸੱਚ ਪ੍ਰਗਟ ਹੋਣਾ ਹੋਵੇ, ਜਿੱਥੇ ਇਨਸਾਨ ਦੀ ਅੰਤਰ ਦੀ ਅਵਸਥਾ ਜਿਹੜੀ ਹੈ ਉਹ ਪ੍ਰਗਟ ਹੋਣੀ ਹੋਵੇ, ਉੱਥੇ ਇਨਸਾਨ ਹਮੇਸ਼ਾ ਹੀ ਉਸ ਰਸਤੇ ਤੋਂ ਭੱਜਦਾ ਹੈ। ਅਸੀਂ ਕਿਸ ਤੋਂ ਭੱਜਦੇ ਹਾਂ? ਅਸੀਂ ਸੱਚ ਤੋਂ ਭੱਜਦੇ ਹਾਂ। ਹਾਲਾਂਕਿ ਉਸ ਪਰਮਾਤਮਾ ਨੇ ਪਰਦਾ ਪਾਇਆ ਹੋਇਆ ਹੈ ਹਰ ਇਨਸਾਨ ਦੇ ਉੱਤੇ। ਉਹ ਹਰ ਇਨਸਾਨ ਦੇ ਪਰਦੇ ਰੱਖਦਾ ਹੈ, ਹਰ ਇਨਸਾਨ ਦੇ ਪਰਦੇ ਕੱਜਦਾ ਹੈ। ਪਰ ਫਿਰ ਵੀ ਨਾ ਜਾਣੇ ਜਦ ਤੱਕ ਸਾਡੇ ਮਨ ਦੇ ਵਿੱਚ ਸਹਿਜ ਨਹੀਂ ਆਉਂਦਾ, ਅਸੀਂ ਭੱਜਦੇ ਹਾਂ ਕਿ ਕਿਸੇ ਤਰ੍ਹਾਂ ਵੀ, ਕਿਉਂਕਿ ਅਸੀਂ ਸਾਰੇ ਹੀ ਗੁਨਾਹਾਂ ਦੇ ਨਾਲ ਭਰੇ ਹੋਏ ਹਾਂ। ਗੁਨਾਹਾਂ ਦੇ ਨਾਲ ਕਦੋਂ ਇਨਸਾਨ ਭੱਜਦਾ ਹੈ, ਭਰਦਾ ਹੈ? ਜਦੋਂ ਅਸੀਂ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਤੋਂ ਦੂਰ ਜਾਂਦੇ ਹਾਂ। ਕਬੀਰ ਜੀ ਕਹਿੰਦੇ ਹਨ, ਕਹੁ ਕਬੀਰ ਅਬ ਜਾਣਿਆ, ਜਾਣਿਆ ਤੋ ਮਨ ਮਾਨਿਆ। ਜਦੋਂ ਤੱਕ ਅਸੀਂ ਜਾਣ ਨਹੀਂ ਲੈਂਦੇ ਉਸ ਪਰਮਾਤਮਾ ਨੂੰ, ਕਿਉਂਕਿ ਮਨ ਦੀ ਅਵਸਥਾ ਹੈ ਉਹ ਪ੍ਰਤੱਖ ਰੂਪ ਮੰਗਦਾ ਹੈ। ਜੇ ਸੂਰਜ ਹੈ ਉਸ ਨੂੰ ਸਾਹਮਣੇ ਦਿਖ ਰਿਹਾ ਹੈ ਤੇ ਉਹ ਕਹਿ ਦਿੰਦਾ ਹੈ ਕਿ ਸੂਰਜ ਹੈ। ਚੰਦਰਮਾ ਦਿਸਦਾ ਹੈ, ਚੰਦਰਮਾ ਹੈ, ਧਰਤੀ ਹੈ, ਹਰ ਚੀਜ਼ ਜੋ ਦਿਸਦੀ ਹੈ। ਕਿਉਂਕਿ ਦੁਨੀਆ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜੋ ਕੁਝ ਵੀ ਦਿਸਦਾ ਹੈ ਉਸ ਨੂੰ ਮਨ ਮੰਨ ਲੈਂਦਾ ਹੈ। ਪਰ ਜਦੋਂ ਹੀ ਉਸ ਪਰਿਪੂਰਨ ਪਰਮਾਤਮਾ ਦੀ ਗੱਲ ਆਉਂਦੀ ਹੈ, ਉੱਥੋਂ ਹੀ ਅਸੀਂ ਮੁੱਕਰ ਜਾਂਦੇ ਹਾਂ। ਗੁਰੂ ਸਾਹਿਬ ਗੁਰਬਾਣੀ ਵਿੱਚ ਫਰਮਾਉਂਦੇ ਹਨ, ਮੇਰਾ ਮਨ ਆਲਸੀਆ ਉਗਲਾਨਾ। ਅਸੀਂ ਉਸ ਧਾਰਮਿਕ ਦੁਨੀਆ ਦੇ ਵਿੱਚ ਹਮੇਸ਼ਾ ਹੀ ਆਲਸੀ ਬਣਦੇ ਹਾਂ। ਕਦੇ ਵੀ ਅਸੀਂ ਧਾਰਮਿਕ ਦੁਨੀਆ ਦੇ ਵਿੱਚ 100% ਕਦੇ ਨਹੀਂ ਦਿੰਦੇ। ਪਰਮਾਤਮਾ ਦੀ ਗੱਲ ਕੰਨਾਂ ਦੇ ਰਾਹੀਂ ਸੁਣੀ ਹਵਾ ਹੋ ਗਈ। ਜਦ ਤੱਕ ਉਹ ਮਨ ਦੇ ਵਿੱਚ ਨਹੀਂ ਵਸਦੀ, ਜਦ ਤੱਕ ਉਹ ਆਪਣੇ ਹਿਰਦੇ ਦੇ ਵਿੱਚ ਤਸ ਨਹੀਂ ਜਾਂਦੀ, ਉਦੋਂ ਤੱਕ ਉਸ ਪਰਿਪੂਰਨ ਪਰਮਾਤਮਾ ਨੂੰ ਜਾਣਨਾ ਬਹੁਤ ਹੀ ਮੁਸ਼ਕਲ ਹੈ। ਕਦੇ ਕਦੇ ਅਭਿਆਸ ਕਰਦਿਆਂ ਹੋਇਆਂ, ਜੋ ਬਹੁਤ ਵੱਡੇ ਅਭਿਆਸੀ ਹਨ, ਜੋ ਉਸ ਪਿਤਾ ਦਾ ਨਾਮ ਜਪਦੇ ਹਨ, ਬੰਦਗੀ ਕਰਦੇ ਹਨ, ਉਹਨਾਂ ਨੂੰ ਕਦੇ ਕਦੇ ਉਹ ਪਰਮਾਤਮਾ ਰਹਿਮਤ ਦੇ ਵਿੱਚ ਆ ਕੇ ਆਪਣੀ ਝਲਕ ਦਿਖਾ ਜਾਂਦਾ ਹੈ। ਜਿਸ ਤਰ੍ਹਾਂ ਬਹੁਤ ਗਹਿਰਾ ਬੱਦਲ ਹੈ ਤੇ ਉਹਦੇ ਵਿੱਚ ਬਿਜਲੀ ਚਮਕਦੀ ਹੈ, ਇੱਕਦਮ ਚਾਨਣਾ ਹੋਇਆ, ਸਾਰਾ ਕੁਝ ਦਿਖਿਆ, ਪਰ ਉਸੇ ਪਲ ਹੀ ਫਿਰ ਆਲੋਪ, ਫਿਰ ਉਹੀ ਅੰਧੇਰਾ। ਇਸ ਤਰ੍ਹਾਂ ਦੀ ਝਲਕ ਜਦੋਂ ਕਿਤੇ ਗੁਰਬਾਣੀ ਦੇ ਰਸੀਆਂ ਨੂੰ ਮਿਲਦੀ ਹੈ ਤਾਂ ਉਸ ਝਲਕ ਨੂੰ ਉਹ ਫਿਰ ਲੋਚਦੇ ਹਨ, ਕਿਉਂਕਿ ਉਹਨਾਂ ਨੂੰ ਕੁਝ ਰਸ ਆਇਆ। ਮਨ ਦਾ ਸੁਭਾਵ ਹੈ ਇਹ ਰਸਾਂ ਦੇ ਮਗਰ ਭੱਜਦਾ ਹੈ। ਇਸ ਨੂੰ ਕੋਈ ਵੀ ਰਸ ਪ੍ਰਾਪਤ ਹੁੰਦਾ ਹੈ ਉਸ ਦੇ ਮਗਰ ਭੱਜਦਾ ਹੈ। ਜਦੋਂ ਉਸ ਪਰਮਾਤਮਾ ਦੀ ਬਾਣੀ ਨੂੰ ਪੜ੍ਹਦਿਆਂ ਕਿਤੇ ਉਸ ਨੂੰ ਰਸ ਪ੍ਰਾਪਤ ਹੋਇਆ ਤਾਂ ਫਿਰ ਉਹ ਇਸ ਰਸ ਦੇ ਪਿੱਛੇ ਭੱਜਦਾ ਹੈ। ਜਦੋਂ ਉਸ ਰਸ ਦੇ ਪਿੱਛੇ ਭੱਜਦਾ ਹੈ, ਉਹਦੀ ਹੁਣ ਖਿੱਚ ਪੈ ਗਈ, ਉਹਦੇ ਨਾਲ ਹੁਣ ਪ੍ਰੀਤ ਪੈ ਗਈ। ਮਨ ਉੱਥੇ ਜਦੋਂ ਝਲਕ ਦੇਖੀ ਉਸ ਪਰਮਾਤਮਾ ਦੀ, ਤੇ ਫਿਰ ਉਹਦਾ ਮਨ ਜਿਹੜਾ ਦੌੜਿਆ।
ਹੁਣ ਇੱਥੇ ਆ ਕੇ ਦੂਸਰੀ ਅਵਸਥਾ ਆ ਜਾਂਦੀ ਹੈ ਕਿ ਜਦੋਂ ਮਨ ਸਹਿਮਤੀ ਪ੍ਰਗਟ ਕਰ ਦਿੰਦਾ ਹੈ, ਹੁਣ ਕੁਛ ਝਲਕਾਰਾ ਦੇਖਿਆ ਉਸਨੇ ਉਸ ਪਰਮਾਤਮਾ ਦਾ, ਹੁਣ ਉਸਨੂੰ ਇਹ ਅਹਿਸਾਸ ਹੋਇਆ ਕਿ ਸਾਰੀ ਦੁਨੀਆ ਐਵੇਂ ਹੀ ਨੱਕ ਗੋਡੇ ਨਹੀਂ ਰਗੜਦੀ, ਇਹਦੇ ਵਿੱਚ ਕੁਛ ਹੈ। ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ, ਉਸ ਦੇ ਨਾਮ ਦੇ ਵਿੱਚ ਕੁਝ ਹੈ। ਜਦੋਂ ਉਸ ਨੂੰ ਇਹ ਚੀਜ਼ ਨਜ਼ਰ ਆਉਂਦੀ ਹੈ, ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ, ਉਸ ਪਰਮਾਤਮਾ ਦੀ ਸਪਰਸ਼ ਮਹਿਸੂਸ ਹੁੰਦੀ ਹੈ, ਤੇ ਉਹ ਇਸ ਚੀਜ਼ ਦੇ ਪਿੱਛੇ ਭੱਜਦਾ ਹੈ। ਉੱਥੇ ਹੀ ਜਾ ਕੇ ਐਸੀ ਅਵਸਥਾ ਦੇ ਵਿੱਚ ਹੀ ਇਹ ਸ਼ਬਦ ਆਏ ਹਨ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰਕ ਕੀ ਨਿਆਈ। दूसरा शब्द, मन ना रहे कैसे मिलो प्यारे, एक दिन समोको बहुत बिहावे। थे गुरु साहब कहते हैं कि हुण ते तेरे प्यार तो बिना जो एक दिन भी है वो बहुत लंबा लग रहा है, वो बीत नहीं रहा है। वो अवस्था प्रेम दी है, वो अवस्था प्यार दी है। इहदे विच असीं सिर्फ अरदास कर सकते हाँ। किहड़ी अरदास? हमारे यह कृपा कीजै, अल्प मकरंद चरण कमल स्यों, मन फेर फेर रीजै, आन जलां स्यों काज न कछुए, हर बूंद चातरक को दीजै। इस अवस्था दे विच समझौता नहीं। हुण चातरिक जो है समुंदर हन, इतना पानी है धरती दे उत्ते बेशुमार है, पर उसदा उस पानी दे नाल कोई समझौता नहीं। वो कहंदा मैं ओहो ही बूंद लैनी है, मेरी प्यास जो है वो उसे मीह की पहली बूंद दे नाल ही बुझेगी। उत्थे जाके जदों उस परमात्मा की झलक आउंदी है, उत्थे जाके फिर कोई समझौता नहीं है। फिर ये जाके जग जो है वो मिथ्या नज़र आउण लग जाता है। फिर वैराग पैदा होता है। कह कबीर भगत कर पाया, बिन वैराग न छूट समाया। कह कबीर भगत कर पाया, पाया दा मतलब इत्थे की है? उस परमात्मा दा पाउणा नहीं है इत्थे, क्योंकि अगर वो परमात्मा भगती दे नाल ही मिलता है ਤਾਂ ਉਹ ਜਿਸ ਤਰ੍ਹਾਂ ਸਾਡੇ ਪਾਠ ਪੂਰੇ ਹੋ ਜਾਂਦੇ ਹਨ ਜਾਂ ਅਸੀਂ ਭਗਤੀ ਪੂਰੀ ਕਰ ਦਿੰਦੇ ਹਾਂ, ਉਹ ਘੰਟੇ ਪੂਰੇ ਹੋ ਜਾਂਦੇ ਹਨ ਤੇ ਉਸ ਨੂੰ ਪ੍ਰਗਟ ਹੋਣਾ ਪਵੇਗਾ। ਪਰ ਉਹ ਪਰਮਾਤਮਾ ਕੋਈ ਐਸਾ ਦੇਵਤਾ ਨਹੀਂ ਹੈ ਕਿ ਜਿਸ ਦਾ ਕੋਈ ਮੰਤਰ ਜਪਿਆ ਤੇ ਉਹ ਆ ਗਿਆ। ਉਹਦਾ ਤੇ ਇੱਕੋ ਹੀ ਮੰਤਰ ਹੈ, ਪ੍ਰੇਮ। ਉਹ ਪ੍ਰੇਮ ਰਸ ਦੇ ਨਾਲ ਹੀ ਰੀਝਦਾ ਹੈ। ਇੱਥੇ ਆ ਕੇ ਵੈਰਾਗ ਜਦੋਂ ਪੈਦਾ ਹੁੰਦਾ ਹੈ, ਹੁਣ ਇੱਕ ਵੈਰਾਗੀ ਆਦਮੀ ਨੂੰ ਕੋਈ ਇਨਸਾਨ ਆਪਣੇ ਘਰੇ ਲੈ ਜਾਵੇ, ਉਸ ਨੂੰ ਆਪਣਾ ਘਰ ਦਿਖਾਵੇ, ਇਹ ਮੇਰੀਆਂ ਤਸਵੀਰਾਂ ਹਨ, ਇਹ ਮੈਂ ਇੱਥੇ ਗਿਆ ਸੀ, ਇਹ ਮੇਰੀ ਗੱਡੀ ਹੈ, ਇਹ ਮੇਰਾ ਇਤਨਾ ਜਗ੍ਹਾ ਹੈ, ਜਾਂ ਕੁਝ ਵੀ ਦਿਖਾਵੇ, ਹੁਣ ਉਹ ਇਨਸਾਨ ਜੋ ਹੈ ਉਸ ਨੂੰ ਓਪਰੀ ਨਜ਼ਰ ਦੇ ਨਾਲ ਤੇ ਦੇਖੇਗਾ, ਪਰ ਉਹਦਾ ਮਨ ਦੇ ਵਿੱਚ ਕੋਈ ਉਹਦੇ ਰਸ ਨਹੀਂ ਹੈ। ਉਹ ਸਿਰਫ ਉਸ ਨੂੰ ਰੱਖਣ ਵਾਸਤੇ ਠੀਕ ਹੈ ਜਾਂ ਹਾਂ ਕਹਿ ਦੇਗਾ, ਪਰ ਮਨ ਦੇ ਵਿੱਚੋਂ ਉਹ ਨਹੀਂ ਖੁੱਭਦਾ ਕਦੇ ਵੀ ਉਸ ਦਾ ਉਹਨਾਂ ਦੇ ਵਿੱਚ, ਕਿਉਂਕਿ ਉਸ ਦਾ ਵੈਰਾਗ ਹੋ ਗਿਆ ਹੈ। ਉਸ ਨੂੰ ਇਸ ਚੀਜ਼ ਜਿਹੜੀ ਹੈ ਉਹ ਮਿਥਿਆ ਲੱਗਣ ਲੱਗ ਗਈ ਹੈ। ਜਦੋਂ ਇਹ ਗਿਆਨ ਹੋ ਜਾਂਦਾ ਹੈ ਕਿ ਇਹ ਸੰਸਾਰ ਦੇ ਵਿੱਚ ਸਭ ਕੁਝ ਮਿਥਿਆ ਹੈ, ਉਦੋਂ ਵੈਰਾਗ ਹੁੰਦਾ ਹੈ। ਕੁਝ ਲੋਕਾਂ ਨੂੰ ਸੰਸਾਰ ਦਾ ਵੈਰਾਗ ਹੋ ਜਾਂਦਾ ਹੈ, ਜਿਹੜੇ ਬਹੁਤੇ ਜ਼ਿਆਦਾ ਹਨ ਉਹਨਾਂ ਨੂੰ ਸੰਸਾਰ ਦਾ ਵੈਰਾਗ ਹੁੰਦਾ ਹੈ। ਬਹੁਤ ਘੱਟ ਹਨ ਜਿਨ੍ਹਾਂ ਨੂੰ ਉਸ ਪਰਮਾਤਮਾ ਦਾ ਵੈਰਾਗ ਹੁੰਦਾ ਹੈ, ਜੋ ਉਸ ਪਰਮਾਤਮਾ ਦੇ ਵਿੱਚ ਭਿੱਜੇ ਰਹਿੰਦੇ ਹਨ, ਕਿਉਂਕਿ ਸਾਡੀ ਜਿੱਦ ਤੱਕ ਸਾਡੀ ਪਕੜ ਹੈ। ਹੁਣ ਇੱਕ ਛੋਟੇ ਜਿਹੇ ਬੱਚੇ ਨੂੰ ਦੇਖ ਲਓ, ਬੱਚੇ ਨੇ ਜਨਮ ਲਿਆ, ਉਸ ਦੀਆਂ ਮੁੱਠੀਆਂ ਦੋਨੋਂ ਬੰਦ ਹਨ, ਉਹ ਖੁੱਲ੍ਹਦੀਆਂ ਨਹੀਂ। ਅਸੀਂ ਕਈ ਵਾਰ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਦੀਆਂ ਮੁੱਠੀਆਂ ਖੋਲ੍ਹ ਦਿਓ ਤਾਂ ਕਿ ਹਵਾ ਲੱਗ ਜਾਵੇ, ਪਰ ਇਸੇ ਤਰ੍ਹਾਂ ਹੀ ਇਨਸਾਨ ਦੀ ਉਸ ਬੱਚੇ ਦੀਆਂ ਮੁੱਠੀਆਂ ਦੀ ਤਰ੍ਹਾਂ ਉਸ ਇਨਸਾਨ ਦੀ ਜਿਹੜੀ ਹੈ ਉਹ ਇਸ ਸੰਸਾਰ ਦੇ ਨਾਲ, ਇਸ ਸੰਸਾਰ ਦੇ ਪਦਾਰਥਾਂ ਦੇ ਨਾਲ, ਇਹ ਸਾਰੀ ਜੋ ਮਿਥਿਆ ਹੈ, ਇਸ ਦੇ ਨਾਲ ਇੱਕ ਐਸਾ ਪਿਆਰ ਹੈ ਜਿਸ ਨੂੰ ਉਹ ਛੱਡ ਨਹੀਂ ਸਕਦਾ। ਹੁਣ ਜਿਸ ਤਰ੍ਹਾਂ ਉਸ ਵੈਰਾਗੀ ਨੂੰ ਕੋਈ ਆਪਣੇ ਘਰੇ ਲੈ ਗਿਆ ਤੇ ਉਸ ਦਾ ਉਹਨਾਂ ਚੀਜ਼ਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਇੰਟਰਸਟ ਨਹੀਂ ਹੈ, ਉਸੇ ਤਰ੍ਹਾਂ ਹੀ ਇੱਕ ਮਨਮੁਖ ਆਦਮੀ ਨੂੰ ਅਗਰ ਗੁਰੂ ਦਰਬਾਰ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਜਾਵੇ, ਉਸ ਦੇ ਕੰਨਾਂ ਵਿੱਚ ਕੋਈ ਗੁਰੂ ਦਾ ਸ਼ਬਦ ਪਾਉਣਾ ਚਾਹੀਏ, ਤਾਂ ਉਹ ਉਸੇ ਇਨਸਾਨ ਦੀ ਤਰ੍ਹਾਂ ਸੁਣੇਗਾ ਤੇ ਜ਼ਰੂਰ, ਪਰ ਉਹਦਾ ਮਨ ਨਹੀਂ ਹੈ ਵਿੱਚ। ਉਹ ਇਹ ਚੀਜ਼ ਜਿਹੜੀ ਹੈ ਉਸ ਦੇ ਮਨ ਦੇ ਵਿੱਚ ਹਜੇ ਗੁਰਬਾਣੀ ਦਾ, ਉਸ ਪਰਮਾਤਮਾ ਦੇ ਪ੍ਰੇਮ ਦਾ ਵੈਰਾਗ ਪੈਦਾ ਨਹੀਂ ਹੋਇਆ। ਇਸੇ ਤਰ੍ਹਾਂ ਹੀ ਉਹ ਮਨਮੁਖ ਜੋ ਹੈ ਉਸ ਦਾ ਕਦੇ ਮਨ ਨਹੀਂ ਲੱਗੇਗਾ, ਔਰ ਜੋ ਗੁਰਮੁਖ ਹੈ, ਜੋ ਉਸ ਪਿਤਾ ਨਾਲ ਪਿਆਰ ਕਰਦਾ ਹੈ,
ਉਸ ਦਾ ਜੋ ਹੈ ਉਸ ਸੰਸਾਰ ਤੋਂ ਮਿਥਿਆ ਸੰਸਾਰ ਤੋਂ ਦੂਰ ਹੋ ਕੇ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ, ਸਾਰੀਆਂ ਹੀ ਪੌੜੀਆਂ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਉਸ ਪਰਮਾਤਮਾ ਦਾ ਜੋ ਨਾਮ ਹੈ, ਉਸ ਅਕਾਲ ਪੁਰਖ ਦਾ ਜੋ ਨਾਮ ਹੈ, ਉਹ ਕਾਲਕ ਤੋਂ ਰਹਿਤ ਹੈ, ਉਹ ਨਿਰਲੇਪ ਹੈ। ਉਹ ਪਰਮਾਤਮਾ ਜੋ ਹੈ, ਉਸ ਨਿਰਲੇਪ ਦਾ ਕਿਸ ਤਰ੍ਹਾਂ ਪਤਾ ਲੱਗ ਸਕਦਾ ਹੈ? ਉਸ ਨੂੰ ਉਹੀ ਜਾਣ ਸਕਦਾ ਹੈ ਜਿਸ ਨੇ ਜੇ ਕੋ ਮਨ ਜਾਣੇ ਮਨ ਕੋਏ, ਜਿਸ ਨੇ ਉਸ ਨੂੰ ਮੰਨ ਲਿਆ ਹੈ, ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ ਹੈ, ਜਿਸ ਦੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਸ਼ਬਦ ਜੋ ਧਸ ਗਿਆ ਹੈ, ਉਹੀ ਇਸ ਚੀਜ਼ ਨੂੰ ਜਾਣ ਸਕਦਾ ਹੈ ਕਿ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਉਹ ਪਰਮਾਤਮਾ ਕਾਲਕ ਤੋਂ ਰਹਿਤ ਹੈ। ਜੋ ਉਸ ਦੇ ਨਾਮ ਨੂੰ ਲੈਂਦਾ ਹੈ ਉਸ ਨੂੰ ਵੀ ਉਹ ਕਾਲਕ ਤੋਂ ਰਹਿਤ ਕਰ ਜਾਂਦਾ, ਪਰ ਜਾਣ ਉਹੀ ਸਕਦਾ। ਇੱਥੇ ਪਿਤਾ ਜੀ ਨੇ ਲਿਖਿਆ ਹੈ ਜੇ ਕੋ, ਤੇ ਜੇ ਸ਼ਬਦ ਵਰਤਿਆ ਹੈ ਕਿ ਜੇ ਕੋਈ ਉਸ ਨੂੰ ਮੰਨੇਗਾ, ਉਸ ਪਰਮਾਤਮਾ ਦੇ ਨਾਮ ਨੂੰ ਮੰਨੇਗਾ, ਤਾਂ ਹੀ ਉਹ ਇਸ ਚੀਜ਼ ਨੂੰ ਜਾਣ ਸਕੇਗਾ। ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਹੁਣ ਜਿਸ ਦਾ ਵਿਸ਼ਵਾਸ ਬਣੇਗਾ, ਜਿਸ ਦਾ ਭਰੋਸਾ ਬਣੇਗਾ, ਜੋ ਮੰਨ ਲਵੇਗਾ, ਉਹੀ ਉਸ ਪਿਤਾ ਦੇ ਨਾਮ ਨੂੰ ਜਾਣ ਸਕਦਾ ਹੈ ਕਿ ਉਹ ਕਿਸ ਤਰ੍ਹਾਂ ਨਿਰਲੇਪ ਹੈ। ਧਾਰਮਿਕ ਦੁਨੀਆ ਦੇ ਵਿੱਚ ਸੰਸੇ ਪੈਦਾ ਹੁੰਦੇ ਹਨ। ਸੰਸਾਰ ਦੇ ਵਿੱਚ ਸੰਸਾ ਪੈਦਾ ਨਹੀਂ ਕਦੇ ਵੀ ਹੁੰਦਾ। ਕੋਈ ਚੀਜ਼ ਹੈ, ਕੋਈ ਝੂਠ ਹੈ, ਕੋਈ ਮਿਥਿਆ ਹੈ, ਸਾਨੂੰ ਦਿਖ ਰਿਹਾ ਹੈ, ਅਸੀਂ ਮੰਨ ਲਿਆ। ਪਰ ਜਿੱਥੇ ਹੀ ਉਸ ਪਰਮਾਤਮਾ ਦੇ ਨਾਮ ਦੀ ਗੱਲ ਆਉਂਦੀ ਹੈ, ਉੱਥੇ ਹੀ ਅਸੀਂ ਬੇਵਿਸ਼ਵਾਸੀ ਪੈਦਾ ਕਰ ਸਕਦੇ ਹਾਂ। ਮਨ ਦੇ ਵਿੱਚ ਉੱਥੇ ਹੀ ਆ ਜਾਂਦਾ, ਹੋਵੇਗਾ ਜਾਂ ਨਹੀਂ, ਜਾਂ ਸ਼ਾਇਦ। ਇਹ ਜੋ ਸ਼ਾਇਦ ਲਫ਼ਜ਼ ਹੈ, ਇਹ ਸਾਡੇ ਵਿੱਚ ਸੰਸਾ ਪੈਦਾ ਕਰ ਦਿੰਦਾ ਹੈ। ਇਸੇ ਲਈ ਗੁਰੂ ਸਾਹਿਬ ਨੇ ਲਿਖਿਆ ਹੈ, ਸੰਸੇ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ। ਕਿਉਂਕਿ ਸਾਡੇ ਅੰਤਰ ਕਰਨ ਦੇ ਵਿੱਚ ਮੈਲ ਹੈ। ਸਾਡੇ ਅੰਤਰ ਕਰਨ ਦੇ ਵਿੱਚ ਮੈਲ ਜੋ ਹੈ, ਉਹ ਸਾਨੂੰ ਪੂਰੀ ਤਰ੍ਹਾਂ ਨਾਲ ਉਸ ਪਰਮਾਤਮਾ ਦੇ ਨਾਲ ਮਿਲਣ ਨਹੀਂ ਦਿੰਦੀ ਹੈ। ਕਿਉਂਕਿ ਸੰਸਾਰ ਮਿਥਿਆ ਹੈ, ਝੂਠ ਹੈ। ਅਸੀਂ ਇਸ ਗੱਲ ਨੂੰ ਕਦੇ ਵੀ ਨਹੀਂ ਮੰਨਦੇ। ਭਰੋਸਾ ਕਰਨ ਦੇ ਨਾਲ ਹੀ ਅਨੁਭਵ ਹੁੰਦਾ ਹੈ, ਉਸ ਪਰਮਾਤਮਾ ਦਾ ਅਨੁਭਵ ਹੁੰਦਾ ਹੈ, ਉਸ ਦਾ ਵਿਸ਼ਵਾਸ ਹੁੰਦਾ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਹਨ, ਫਰਮਾਉਂਦੇ ਹਨ, ਮੰਨੈ ਮਾਰਗ ਠਾਕ ਨਾ ਪਾਏ। ਜੋ ਉਸ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਹੈ, ਠਾਕ ਦਾ ਮਤਲਬ ਕੀ ਹੈ? ਵਿਘਨ, ਰੁਕਾਵਟ। ਜੋ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਹੈ, ਉਹਦੇ ਰਸਤੇ ਦੇ ਵਿੱਚ ਕਦੇ ਕੋਈ ਰੁਕਾਵਟ ਨਹੀਂ ਬਣਦੀ। ਉਹ ਹਮੇਸ਼ਾ ਹੀ, ਉਹ ਨਾ ਕਦੇ ਠੱਗਿਆ ਜਾ ਸਕਦਾ ਹੈ, ਨਾ ਕਦੇ ਕਿਸੇ ਤਰ੍ਹਾਂ ਦੀ ਉਸਦੇ ਜੀਵਨ ਦੇ ਵਿੱਚ ਰੋਕ ਆਉਂਦੀ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਿੜਾਇਆ, ਖੋਟੇ ਪਾਪੈ ਸਭ ਪਾਵਨ, ਜਨ ਨਾਨਕ ਸੁਖ ਕਰ ਪਾਇਆ। ਉਹਦੇ ਨਾਮ ਦੇ ਨਾਲ ਜੋ ਦੁੱਖ ਹਨ ਉਹ ਦੂਰ ਹੋ ਜਾਂਦੇ ਹਨ। ਔਰ ਜੋ ਨਾਮ ਨਹੀਂ ਲੈਂਦਾ ਉਸ ਪਰਮਾਤਮਾ ਦਾ, ਜੋ ਉਸ ਪਰਮਾਤਮਾ ਦੇ ਨਾਮ ਤੋਂ ਦੂਰ ਹੈ, ਜੋ ਉਸ ਦੀ ਝਲਕ ਤੋਂ ਦੂਰ ਹੈ, ਜੋ ਉਸ ਦੇ ਪਿਆਰ ਤੋਂ ਦੂਰ ਹੈ, ਤੇ ਗੁਰੂ ਸਾਹਿਬ ਕਹਿੰਦੇ ਹਨ, ਕੋਟ ਬਿਗਨ ਤਿਸ ਲਾਗਤੇ, ਜਿਸ ਨੂੰ ਬਿਸਰੈ ਨਾਉ, ਨਾਨਕ ਅਨਦਿਨ ਬਿਲਪਤੇ, ਜਿਉ ਸੁੰਝੇ ਕਰ ਕਾਉ। ਜਿਹੜੇ ਉਸ ਪਰਮਾਤਮਾ ਦੇ ਨਾਮ ਨੂੰ ਨਹੀਂ ਲੈਂਦੇ, ਜਿਨ੍ਹਾਂ ਨੂੰ ਉਸ ਪਰਮਾਤਮਾ ਦਾ ਨਾਮ ਵਿਸਰ ਗਿਆ ਹੈ, ਉਹ ਇਸ ਤਰ੍ਹਾਂ ਬਿਲਕਦੇ ਹਨ ਜਿਸ ਤਰ੍ਹਾਂ ਇੱਕ ਸੁੰਝੇ ਘਰ ਦੇ ਵਿੱਚ ਇੱਕ ਕਾਂ ਜੋ ਹੈ ਉਹ ਬਿਲਕਦਾ ਹੈ। ਉੱਥੇ ਕੋਈ ਉਸ ਨੂੰ ਅੰਨ ਦੇਣ ਵਾਲਾ ਨਹੀਂ ਹੈ, ਕਿਉਂਕਿ ਉਹ ਸੁੰਝਾ ਹੈ, ਪਰ ਉਹ ਬਿਲਕਦਾ ਹੈ। ਇਹੀ ਅਵਸਥਾ ਜੋ ਹੈ ਉਸ ਇਨਸਾਨ ਦੀ ਹੁੰਦੀ ਹੈ ਜੋ ਉਸ ਪਰਮਾਤਮਾ ਦੇ ਨਾਮ ਨੂੰ ਨਹੀਂ ਲੈਂਦਾ। ਉਹ ਕੋਈ ਵੀ ਕਾਰਜ ਕਰਦਾ ਹੈ, ਉਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਰੁਕਾਵਟ ਆ ਜਾਂਦੀ ਹੈ, ਕੋਈ ਨਾ ਕੋਈ ਵਿਘਨ ਪੈ ਜਾਂਦਾ ਹੈ। ਪਰ ਜੋ ਗੁਰਮੁਖ ਆਦਮੀ ਹੈ, ਜਿਸ ਨੇ ਉਸ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ ਹੈ, ਜਿਸ ਨੇ ਉਸ ਨੂੰ ਸੱਤ ਕਰਕੇ ਜਾਣ ਲਿਆ ਹੈ, ਉਸ ਦੇ ਰਸਤੇ ਆਟੋਮੈਟਿਕਲ ਸਾਫ਼ ਹੁੰਦੇ ਹਨ। ਉਹਦੇ ਰਸਤਿਆਂ ਦੇ ਵਿੱਚ ਪਿਤਾ ਜੀ ਫਰਮਾਉਂਦੇ ਹਨ, ਕਦੇ ਵੀ ਕੋਈ ਰੁਕਾਵਟ ਨਹੀਂ ਪੈਂਦੀ। ਮੰਨੇ ਪਤ ਸਿਉ ਪ੍ਰਗਟ ਜਾਏ। ਜੋ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਹੈ, ਉਹ ਪੂਰੀ ਇੱਜ਼ਤ ਦੇ ਨਾਲ ਉਸ ਪਰਮਾਤਮਾ ਦੇ ਦੇਸ਼ ਵੱਲ ਜਾਂਦਾ ਹੈ। ਉਹ ਪੂਰੀ ਤਰ੍ਹਾਂ ਉਸ ਪਰਮਾਤਮਾ ਦੇ ਨਾਮ ਵਿੱਚ ਰਚ ਜਾਂਦਾ ਹੈ। ਉਹ ਇੱਜ਼ਤ ਪਤ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਕੇ ਉਸ ਪਰਿਪੂਰਨ ਪਰਮਾਤਮਾ ਦੇ ਵਿੱਚ ਲੀਨ ਹੁੰਦਾ ਹੈ। ਮੰਨੈ ਮਗ ਨ ਚੱਲੇ ਪੰਥ। ਮਗ ਦਾ ਅਰਥ ਵੀ ਜੋ ਹੈ ਉਹ ਮਾਰਗ ਹੈ, ਪੰਥ ਦਾ ਅਰਥ ਵੀ ਮਾਰਗ ਹੈ। ਜੋ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਜਾਣ ਲੈਂਦਾ ਹੈ, ਮੰਨ ਲੈਂਦਾ ਹੈ, ਉਹ ਜੋ ਹੈ ਉਹ ਕਿਸੇ ਤਰ੍ਹਾਂ ਦੇ ਰੀਤੀ ਰਿਵਾਜਾਂ ਦੇ ਵਿੱਚ,
ਕਿਸੇ ਤਰ੍ਹਾਂ ਦੀ ਸ਼ਰ੍ਹਾ ਦੇ ਵਿੱਚ, ਉਹ ਕਿਸੇ ਤਰ੍ਹਾਂ ਦੇ ਵੀ ਬੰਧਨਾਂ ਦੇ ਵਿੱਚ ਬੰਧਿਆ ਨਹੀਂ ਰਹਿੰਦਾ। ਮੰਨੈ ਪਾਤਸ਼ਾਹ ਮੰਨੈ ਮਗ ਨਾ ਚੱਲੇ ਪੰਥ, ਉਹ ਕਿਸੇ ਤਰ੍ਹਾਂ ਦੇ ਵੀ, ਉਹਦਾ ਇੱਕ ਮਾਰਗ ਜਿਹੜਾ ਹੁੰਦਾ ਉਹ ਸ਼ਾਹੀ ਮਾਰਗ ਹੁੰਦਾ ਹੈ, ਉਸ ਪੰਥ ਦੇ ਉੱਤੇ ਚੱਲਦਾ ਹੈ। ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ, ਉਹ ਜਿਸ ਤਰ੍ਹਾਂ ਛੋਟੀਆਂ ਛੋਟੀਆਂ ਸੰਪਰਦਾਵਾਂ ਹੁੰਦੀਆਂ ਹਨ, ਕੋਈ ਇਸ ਦਾ ਮੁਤਾਜ ਹੈ, ਕੋਈ ਉਸ ਦਾ ਮੁਤਾਜ ਹੈ। ਜਿਸ ਤਰ੍ਹਾਂ ਸਾਡੇ ਧਰਮ ਦੇ ਵਿੱਚ ਹੀ ਲੈ ਲਓ, ਬਹੁਤ ਤਰ੍ਹਾਂ ਦੀਆਂ ਸੰਪਰਦਾਵਾਂ ਹਨ। ਉਹ ਗੁਰੂ ਜੀ ਦੀ ਬਾਣੀ ਨੂੰ ਤੋਂ ਉੱਚਾ ਨਹੀਂ ਉੱਠਦੇ, ਉਹਨਾਂ ਸੰਪਰਦਾਵਾਂ ਤੋਂ ਉੱਚਾ ਉੱਠ ਕੇ ਗੁਰੂ ਦੀ ਬਾਣੀ ਹਲ ਨਹੀਂ ਕਰਦੇ। ਉਹ ਇਹੀ ਕਹਿੰਦੇ ਰਹਿੰਦੇ ਹਨ, ਇਹ ਸੰਪਰਦਾ ਇਹ ਕਹਿੰਦੀ ਹੈ, ਇਹ ਸੰਪਰਦਾ ਇਹ ਕਹਿੰਦੀ ਹੈ, ਜਦ ਕਿ ਉਸ ਪਰਮਾਤਮਾ ਦਾ ਪ੍ਰੇਮ ਜੋ ਹੈ ਉਹੀ ਐਸੀ ਭਾਸ਼ਾ ਹੈ, ਪ੍ਰੇਮ ਜੋ ਉਸ ਪਰਮਾਤਮਾ ਨਾਲ ਮਿਲ ਸਕਦਾ ਹੈ। ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਉਸ ਨਾਲ ਮਿਲਣਾ ਹੈ, ਔਰ ਉਹ ਉਹੀ ਮਿਲ ਸਕਦਾ ਹੈ ਜੋ ਉਸ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦਾ ਹੈ। ਮੰਨੈ ਧਰਮ ਸੇਤੀ ਸੰਬੰਧ, ਜੋ ਉਸ ਨੂੰ ਮੰਨ ਲੈਂਦਾ ਹੈ ਉਸ ਦਾ ਸਿੱਧਾ ਸੰਬੰਧ ਜੋ ਹੈ ਧਰਮ ਦੇ ਨਾਲ ਹੁੰਦਾ ਹੈ। ਧਰਮ ਕੌਣ ਹੈ? ਧਰਮ ਪਰਮਾਤਮਾ ਹੈ। ਜੋ ਉਸ ਪਰਿਪੂਰਨ ਪਰਮਾਤਮਾ ਨੂੰ ਮੰਨ ਲੈਂਦਾ ਹੈ, ਉਸ ਦਾ ਉਸ ਪਰਮਾਤਮਾ ਦੇ ਨਾਲ ਸਿੱਧਾ ਸੰਬੰਧ ਬਣ ਜਾਂਦਾ ਹੈ। ਉਸ ਨੂੰ ਉਸ ਪਰਮਾਤਮਾ ਦੀ ਮਰਿਆਦਾ, ਉਸ ਦੀ ਜੋਤੀ ਜੋ ਹੈ ਉਹ ਪ੍ਰਾਪਤ ਹੁੰਦੀ ਹੈ। ਇਸੇ ਕਰਕੇ ਕਹਿੰਦੇ ਹਨ, ਪੰਥਾ ਪ੍ਰੇਮ ਨਾ ਜਾਣੇ ਭੂਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੇ ਪਾਉਂਦੇ ਨਰਕਦਾਰ। ਜੋ ਉਸ ਪ੍ਰੇਮ ਨੂੰ ਨਹੀਂ ਜਾਣਦਾ, ਭੁੱਲਿਆ ਫਿਰਦਾ ਹੈ, ਗਵਾਰ ਹੈ ਉਹ। ਉਸ ਕਰਕੇ ਉਸ ਪਰਮਾਤਮਾ ਦੇ ਨਾਮ ਨੂੰ ਜੋ ਨਹੀਂ ਪਾਉਂਦਾ ਹੈ, ਉਹ ਨਰਕਾਂ ਦਾ ਭਾਗੀ ਹੋ ਜਾਂਦਾ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਉਸ ਪਰਮਾਤਮਾ ਦਾ ਨਾਮ ਜੋ ਹੈ ਉਹ ਕਾਲਕ ਤੋਂ ਰਹਿਤ ਹੈ, ਉਹ ਪਰਿਪੂਰਨ ਪਰਮਾਤਮਾ ਨਿਰਲੇਪ ਹੈ। ਹਰ ਸਥਿਤੀ ਵਿੱਚ ਵਸਿਆ ਹੋਣ ਤੇ ਵੀ ਉਹ ਨਿਰਲੇਪ ਹੈ, ਲੇਕਿਨ ਉਸ ਨੂੰ ਉਹੀ ਹੀ ਜਾਣ ਸਕਦਾ ਹੈ ਜੋ ਉਸ ਪਰਿਪੂਰਨ ਪਰਮਾਤਮਾ ਨੂੰ ਜਿਸ ਨੇ ਮੰਨ ਲਿਆ ਹੈ, ਜਿਸ ਨੇ ਜਾਣ ਲਿਆ ਹੈ। ਅਸੀਂ ਵੀ ਉਸ ਪਰਮਾਤਮਾ ਦੇ ਨਾਮ ਨੂੰ ਮੰਨ ਲਈਏ, ਉਸ ਦੇ ਨਾਮ ਵਿੱਚ ਰਚ ਕੇ ਆਪਣੇ ਜੀਵਨ ਦੇ ਆਧਾਰ ਨੂੰ ਸਵਾਰ ਕੇ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਲੈ ਕੇ ਆਪਣੇ ਜੀਵਨ ਨੂੰ, ਆਪਣੇ ਪਰਿਵਾਰ ਦੇ ਜੀਵਨ ਨੂੰ ਸੁਧਾਰ ਲਈਏ। ਇਹੀ ਸਾਡੇ ਜੀਵਨ ਦਾ ਲਕਸ਼ ਹੈ ਕਿ ਉਸ ਪਿਤਾ ਨਾਲ ਮਿਲਣਾ। ਬਾਕੀ ਜੋ ਸਭ ਸੰਸਾਰ ਹੈ ਉਹ ਮਿਥਿਆ ਹੈ। ਪਿਤਾ ਜੀ ਬਾਰ-ਬਾਰ ਆਪਣੇ ਗੁਰਬਾਣੀ ਦੇ ਵਿੱਚ ਫਰਮਾਨ ਕਰ ਰਹੇ ਹਨ। ਸਾਨੂੰ ਵੀ ਇਹਨਾਂ ਸ਼ਬਦਾਂ ਤੋਂ ਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਸ ਪਰਮਾਤਮਾ ਦੇ ਨਾਲ ਅਸੀਂ ਮਿਲਣਾ ਹੈ। ਇਹੀ ਸਾਡਾ ਜਿਹੜਾ ਹੈ ਉਹ ਆਧਾਰ ਹੈ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰਬਾਣੀ ਹੈ, ਅਗਾਧ ਬੋਧ ਬਾਣੀ ਹੈ। ਉਸ ਪਰਿਪੂਰਨ ਪਰਮਾਤਮਾ ਦੀ ਬਾਣੀ ਪੜ੍ਹਦਿਆਂ, ਅਰਥ ਕਰਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਧ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ, ਅਰਦਾਸ ਕਰਨੀ ਅੱਗੇ ਤੋਂ ਵੀ ਉਸ ਪਰਮਾਤਮਾ ਦੇ ਪ੍ਰੇਮ ਦੇ ਵਿੱਚ, ਉਸ ਦੇ ਨਾਮ ਦੇ ਵਿੱਚ ਜੁੜਿਆ ਰਹਾਂ। ਆਪ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਇਸ ਮਸਤਕ ਤੇ ਲੱਗਦੀ ਰਹੇ, ਉਸ ਪ੍ਰਭੂ ਦੇ ਗੁਣ ਗਾਉਂਦਾ ਰਹਾਂ। ਇਹੀ ਅਰਦਾਸ ਕਰਨੀ ਆਪ ਸਭ ਨੇ ਦਾਸ ਦੇ ਲਈ। ਇਸ ਨਿਰਗੁਣੇ ਨੂੰ ਗੁਣ ਬਖਸ਼ੇ। ਇਤਨੀਆਂ ਹੀ ਬੇਨਤੀਆਂ ਪ੍ਰਵਾਨ। ਜੋ ਵੀ ਕੋਈ ਗਲਤੀਆਂ ਮੇਰੀ ਝੋਲੀ 'ਚ ਪਾ ਦੇਣੀਆਂ, ਉਸ ਪਿਤਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਲੈ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਸਤਿਕਾਰਯੋਗ ਵੀਰ ਭਾਈ ਹਰਵਿੰਦਰ ਸਿੰਘ ਜੀ ਉਹ ਆਪ ਨੂੰ ਇੱਕ ਸ਼ਬਦ ਦੇ ਨਾਲ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।